ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਚੱਬੇ ਪਿੰਡ ਦੇ ਵਿੱਚ ਇੱਕ ਬੀਬੀ ਰਹਿੰਦੀ ਸੀ ਜਿਸ ਦਾ ਨਾਮ ਸੀ ਸੁਲੱਖਣੀ। ਇਸ ਬੀਬੀ ਦਾ ਛੋਟਾ ਨਾਮ ਸੀ ਦੇਸਾਂ। ਇਹ ਸਿੱਧੂ ਗੋਤ ਦੀ ਜੱਟਣੀ ਸੀ। ਬੀਬੀ ਦੇ ਵਿਆਹ ਨੂੰ 15 ਸਾਲ ਹੋ ਗਏ ਸੀ, ਪਰ ਘਰ 'ਚ ਔਲਾਦ ਨਹੀਂ ਸੀ, ਭਾਵ ਓਤਰੀ ਸੀ। ਹਰ ਥਾਂ 'ਤੇ ਹਰ ਵੈਦ ਕੋਲ ਗਈ, ਹਰ ਗੁਰੂ ਪੀਰ ਨੂੰ ਧਿਆਇਆ, ਕੋਈ ਥਾਂ ਨਾ ਛੱਡੀ, ਲੇਕਿਨ ਸਾਧ ਸੰਗਤ ਜੀ ਇਸ ਨੂੰ ਕੋਈ ਲਾਭ ਨਾ ਹੋਇਆ। ਬੱਚੇ ਦਾ ਮੂੰਹ ਵੇਖਣ ਵਾਸਤੇ ਇਹਦੀਆਂ ਅੱਖਾਂ ਤਰਸ ਗਈਆਂ। ਘਰਦਿਆਂ ਦੇ ਮਿਹਣੇ ਸੁਣ ਸੁਣ ਕੇ ਇਹ ਆਪਣੇ ਜੀਵਨ ਤੋਂ ਤੰਗ ਆ ਚੁੱਕੀ ਸੀ। ਕਈ ਵਾਰ ਤਾਂ ਇਹਦਾ ਚਿੱਤ ਕਰਦਾ ਸੀ ਕਿਧਰੇ ਜਾ ਕੇ ਆਪਣੀ ਜਾਨ ਦੇ ਦੇਵਾਂ। ਕਿਸੇ ਨੇ ਇਸ ਨੂੰ 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਦੱਸ ਪਾਈ। ਸੁਣ ਕੇ 6ਵੇਂ ਪਾਤਸ਼ਾਹ ਦੇ ਦਰਬਾਰ ਵਿੱਚ ਪਹੁੰਚੀ। ਸਤਿਗੁਰੂ ਜੀ ਦਾ ਦਰਬਾਰ ਸਜਿਆ ਹੋਇਆ ਸੀ। ਮਹਾਰਾਜ ਵਿਰਾਜੇ ਹੋਏ ਸਨ ਸੰਗਤ ਦੇ ਵਿੱਚ। ਇਹ ਬੀਬੀ ਨੇ ਜਾ ਕੇ ਵੀ ਸਤਿਗੁਰੂ ਜੀ ਦੇ ਚਰਨਾਂ 'ਚ ਮੱਥਾ ਟੇਕ ਕੇ ਬੇਨਤੀ ਕੀਤੀ, ਤੇ ਸਤਿਗੁਰੂ ਜੀ ਨੇ ਇਹਦੀ ਬੇਨਤੀ ਨੂੰ ਸੁਣ ਕੇ ਨੇਤਰ ਬੰਦ ਕੀਤੇ ਤੇ ਬਚਨ ਕੀਤਾ। ਕਹਿਣ ਲੱਗੇ, ਬੀਬੀ ਤੇਰੇ ਭਾਗਾਂ ਦੇ ਵਿੱਚ ਔਲਾਦ ਨਹੀਂ ਹੈ। ਇਹ ਸੁਣ ਕੇ ਬੀਬੀ ਬਹੁਤ ਉਦਾਸ ਹੋ ਗਈ। ਨੇਤਰਾਂ ਵਿੱਚ ਹੰਝੂ ਭਰ ਗਏ, ਅੰਦਰੋਂ ਬੁਰੀ ਤਰ੍ਹਾਂ ਟੁੱਟ ਗਈ। ਮੇਰੇ ਭਾਗਾਂ ਵਿੱਚ ਔਲਾਦ ਨਹੀਂ ਹੈ, ਇਹ ਸੋਚਦੀ ਹੋਈ ਜਦੋਂ ਉਦਾਸ ਚਿੱਤ ਬਾਹਰ ਨਿਕਲੀ ਤਾਂ ਕੁਦਰਤੀ ਭਾਈ ਗੁਰਦਾਸ ਜੀ ਦੀ ਨਜ਼ਰ ਪੈ ਗਈ। ਸਤਿਗੁਰੂ ਜੀ ਦੇ ਸੱਚੇ ਸਿੱਖ ਭਾਈ ਗੁਰਦਾਸ ਜੀ ਨੇ ਬੀਬੀ ਨੂੰ ਰੋਂਦਿਆਂ ਹੋਇਆਂ ਵੇਖ ਕੇ ਕਾਰਨ ਪੁੱਛਿਆ। ਬੀਬੀ ਨੇ ਕਾਰਨ ਦੱਸ ਦਿੱਤਾ ਕਿ ਬੜੀ ਆਸ ਲੈ ਕੇ 6ਵੇਂ ਪਾਤਸ਼ਾਹ ਦੇ ਦਰਬਾਰ ਵਿੱਚ ਆਈ ਸੀ, ਤੇ ਸਤਿਗੁਰੂ ਜੀ ਨੇ ਵੀ ਉਹੀ ਗੱਲ ਆਖੀ ਹੈ ਜੋ ਸਾਰੇ ਆਖਦੇ ਸਨ ਕਿ ਮੇਰੀ ਕਿਸਮਤ ਵਿੱਚ ਨਹੀਂ ਹੈ। ਭਾਈ ਗੁਰਦਾਸ ਜੀ ਨੇ ਸਮਝਾਇਆ। ਕਹਿਣ ਲੱਗੇ, ਬੀਬੀ ਸਤਿਗੁਰੂ ਜੀ ਤਾਂ ਸਰਬ ਕਲਾ ਸਮਰੱਥ ਹਨ, ਉਹਨਾਂ ਦੇ ਦਰ 'ਤੇ ਕੋਈ ਘਾਟਾ ਨਹੀਂ ਹੈ। ਸਾਨੂੰ ਬਸ ਮੰਗਣ ਦੀ ਜਾਂਚ ਨਹੀਂ ਆਉਂਦੀ। ਅਗਰ ਗੁਰੂ ਤੋਂ ਕੋਈ ਦਾਤ ਲੈਣੀ ਹੋਵੇ ਨਾ, ਤਾਂ ਇੱਕ ਵਾਰ ਜਾਣ ਨਾਲ ਗੱਲ ਨਹੀਂ ਬਣਦੀ। ਬਾਰ-ਬਾਰ ਜਾਵੋ ਜਦੋਂ ਤੱਕ ਗੁਰੂ ਟੁੱਟ ਕੇ ਦਾਤ ਨਾ ਬਖਸ਼ ਦੇਵੇ। ਸਤਿਗੁਰੂ ਜੀ ਮਹਾਰਾਜ ਹਰ ਰੋਜ਼ ਸ਼ਿਕਾਰ ਖੇਡਣ ਵਾਸਤੇ ਜਾਂਦੇ ਨੇ ਆਪਣੇ ਸੇਵਾਦਾਰਾਂ ਦੇ ਨਾਲ, ਅਤੇ ਤੇਰੇ ਪਿੰਡ ਦੇ ਲਾਗਿਓਂ ਲੰਘਦੇ ਨੇ। ਤੂੰ ਮੁੜ ਕੇ ਫਿਰ ਸਤਿਗੁਰੂ ਜੀ ਦੇ ਚਰਨਾਂ 'ਚ ਬੇਨਤੀ ਕਰੀ, ਲੇਕਿਨ ਇੱਕ ਗੱਲ ਦਾ ਧਿਆਨ ਰੱਖੀ। ਭਾਈ ਗੁਰਦਾਸ ਜੀ ਨੇ ਜੁਗਤੀ ਦੱਸੀ ਬੀਬੀ ਨੂੰ। ਕਹਿਣ ਲੱਗੇ, ਖਾਲੀ ਹੱਥ ਸਤਿਗੁਰੂ ਜੀ ਨੂੰ ਨਾ ਮਿਲੀ, ਹੱਥ ਵਿੱਚ ਕਲਮ, ਸਿਆਹੀ ਅਤੇ ਕਾਗਜ਼ ਰੱਖੀ। ਸਾਰੀ ਜੁਗਤੀ ਸਮਝਾ ਦਿੱਤੀ। ਅਤੇ ਸਾਧ ਸੰਗਤ ਜੀ, ਹੁਣ ਇਹ ਬੀਬੀ ਜੋ ਸੀ ਨਾ ਦੇਸਾਂ, ਇਹ ਆਪਣੇ ਪਿੰਡ ਦੇ ਲਾਗੇ ਬਾਹਰ ਹਰ ਰੋਜ਼ ਖੜੀ ਹੋ ਕੇ ਸਤਿਗੁਰੂ ਜੀ ਨੂੰ ਉਡੀਕਦੀ। ਕਿੰਨੇ ਚਿਰ ਉਡੀਕਦੀ ਰਹੀ, ਬੜੀ ਭਾਵਨਾ ਸ਼ਰਧਾ ਦੇ ਨਾਲ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀ ਕਰਦੀ ਮਹਾਰਾਜ ਦੇ ਆਉਣ ਦਾ ਇੰਤਜ਼ਾਰ ਕਰਦੀ। ਇੱਕ ਦਿਨ ਇਹਦੇ ਭਾਗ ਪਰਮਾਤਮਾ ਦੀ ਕਿਰਪਾ ਨਾਲ ਜਾਗ ਗਏ। ਇਸਨੇ ਵੇਖਿਆ ਵੀ ਦੂਰੋਂ ਘੋੜੇ ਦੀਆਂ ਟਾਪਾਂ ਦੀ ਆਵਾਜ਼ ਆ ਰਹੀ ਹੈ ਕਿ ਧੂੜਾਂ ਉੱਡ ਰਹੀਆਂ ਨੇ। ਗੌਰ ਨਾਲ ਵੇਖਿਆ 6ਵੇਂ ਪਾਤਸ਼ਾਹ, ਗਦ-ਗਦ ਕਰਦਾ ਚਿਹਰਾ, ਉੱਚਾ ਲੰਬਾ ਕੱਦ, ਸਤਿਗੁਰੂ ਜੀ ਮਹਾਰਾਜ ਦੁਨੀਆ ਦੇ ਮਾਲਕ ਘੋੜੇ 'ਤੇ ਵਿਰਾਜੇ ਹੋਏ ਨੇ, ਅਤੇ ਪਿੱਛੇ ਪਿੱਛੇ ਉਹਨਾਂ ਦੇ ਸੇਵਾਦਾਰ ਵੀ ਨੇ। ਸਤਿਗੁਰੂ ਜੀ ਨੂੰ ਵੇਖ ਕੇ ਇਹਨੂੰ ਚਾਅ ਚੜ੍ਹ ਗਿਆ। ਇਹਦੀ ਉਮੀਦ ਨੂੰ ਭਾਗ ਲੱਗਣ ਲੱਗੇ ਸਨ। ਸਤਿਗੁਰੂ ਜੀ ਨੂੰ ਵੇਖ ਕੇ ਕਹਿੰਦੇ ਤੋਂ ਰਿਹਾ ਨਾ ਗਿਆ। ਸਤਿਗੁਰੂ ਜਿਵੇਂ ਹੀ ਨੇੜੇ ਆਏ ਨਾ, ਬੀਬੀ ਸੁਲੱਖਣੀ ਨੇ ਜਾ ਕੇ ਸਤਿਗੁਰੂ ਜੀ ਦੇ ਘੋੜੇ ਦੀ ਵਾਂਗਾਂ ਫੜ ਲਈਆਂ। ਸਤਿਗੁਰੂ ਜੀ ਦੇ ਚਰਨਾਂ
ਉਹਨਾਂ ਦੇ ਘੋੜੇ ਤੋਂ ਉਤਰਨ ਦਾ ਇੰਤਜ਼ਾਰ ਵੀ ਨਾ ਕੀਤਾ। ਘੋੜੇ 'ਤੇ ਚੜ੍ਹੇ ਉਹਨਾਂ ਦੇ ਚਰਨਾਂ 'ਤੇ ਮੱਥਾ ਟੇਕ ਕੇ ਬਿਲਕ ਬਿਲਕ ਕੇ ਰੋ ਪਈ। ਕਹਿਣ ਲੱਗੀ, ਸਤਿਗੁਰੂ ਜੀ ਕਿਰਪਾ ਕਰੋ, ਮੇਰੇ ਘਰ ਪੁੱਤਰ ਦੀ ਦਾਤ ਬਖਸ਼ੋ। ਸਤਿਗੁਰੂ ਜੀ ਮਹਾਰਾਜ ਨਾ ਨੇਤਰ ਬੰਦ ਕੀਤੇ ਅਤੇ ਕੁਛ ਛਣ ਵੱਲ ਖੋਲ੍ਹੇ ਅਤੇ ਫਿਰ ਉਹੀ ਜਵਾਬ ਦਿੱਤਾ। ਕਹਿਣ ਲੱਗੇ, ਬੀਬੀ ਸੁਲੱਖਣੀ, ਤੂੰ ਪਹਿਲਾਂ ਵੀ ਸਾਡੇ ਦਰਬਾਰ ਵਿੱਚ ਆਈ ਸੀ। ਜੋ ਪਹਿਲਾ ਜਵਾਬ ਸੀ ਹੁਣ ਵੀ ਉਹੀ ਜਵਾਬ ਹੈ ਬੀਬੀ। ਤੇਰੇ ਭਾਗਾਂ ਵਿੱਚ ਬੱਚੇ ਦੀ ਦਾਤ ਨਹੀਂ ਹੈ। ਬੀਬੀ ਨੂੰ ਜਿਵੇਂ ਜੁਗਤੀ ਸਮਝਾਈ ਸੀ ਭਾਈ ਗੁਰਦਾਸ ਜੀ ਨੇ, ਇੱਕਦਮ ਇਸਨੇ ਸਤਿਗੁਰੂ ਜੀ ਦੇ ਅੱਗੇ ਕਲਮ ਸਿਆਹੀ ਦੀ ਦਵਾਤ 'ਤੇ ਕਾਗਜ਼ ਕਰ ਦਿੱਤਾ। ਕਹਿੰਦੀ, ਸਤਿਗੁਰੂ ਜੀ ਉੱਥੇ ਲਿਖਣ ਵਾਲੇ ਵੀ ਤੁਸੀਂ, ਇੱਥੇ ਲਿਖਣ ਵਾਲੇ ਵੀ ਤੁਸੀਂ। ਹੇ ਮੇਰੇ ਸੱਚੇ ਪਾਤਸ਼ਾਹ ਜੀ, ਉੱਥੇ ਲਿਖਣ ਵਾਲੇ ਵੀ ਤੁਸੀਂ ਹੀ ਹੋ ਅਤੇ ਇੱਥੇ ਲਿਖਣ ਵਾਲੇ ਵੀ ਤੁਸੀਂ ਹੀ ਹੋ। ਜੇ ਉੱਥੇ ਲਿਖਣਾ ਭੁੱਲ ਗਏ ਤਾਂ ਸਤਿਗੁਰੂ ਜੀ ਹੁਣ ਲਿਖ ਦੇਵੋ। ਜਦੋਂ ਸਤਿਗੁਰੂ ਜੀ ਨੇ ਇਹ ਜਵਾਬ ਸੁਣਿਆ ਅਤੇ ਮੁਸਕਰਾ ਪਏ। ਮੁਸਕਰਾ ਕੇ ਕਹਿੰਦੇ, ਲਿਆ ਬੀਬੀ, ਤੇਰੀ ਇੱਛਾ ਪੂਰੀ ਕਰ ਦਿੰਦੇ ਹਾਂ। ਬੀਬੀ ਦੀ ਹਾਜ਼ਰ ਜਵਾਬੀ 'ਤੇ ਸਤਿਗੁਰੂ ਜੀ ਟੁੱਟ ਪਏ। ਸਤਿਗੁਰੂ ਜੀ ਨੇ ਕਾਗਜ਼ ਫੜਿਆ, ਕਲਮ ਫੜੀ, ਸਿਆਹੀ ਵਿੱਚ ਡੁਬੋ ਕੇ ਆਪਣੇ ਘੋੜੇ ਸੁਹੇਲੇ ਦੀ ਧੌਣ ਦੇ ਉੱਤੇ, ਭਾਵ ਗਰਦਨ 'ਤੇ ਕਾਗਜ਼ ਰੱਖ ਕੇ ਸਤਿਗੁਰੂ ਜੀ ਜਦੋਂ ਏਕਾ ਪਾਉਣ ਲੱਗੇ, ਭਾਵ ਇੱਕ ਪੁੱਤਰ ਦੀ ਦਾਤ ਦੇਣ ਲੱਗੇ, ਤਾਂ ਪਤਾ ਨਹੀਂ ਬੀਬੀ ਨੂੰ ਰੋਂਦਾ ਹੋਇਆ ਦੇਖ ਕੇ ਸੁਹੇਲੇ ਘੋੜੇ ਨੂੰ ਵੀ ਤਰਸ ਆ ਗਿਆ ਸੀ। ਕਹਿੰਦੇ, ਜਿਉਂ ਹੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਾਗਜ਼ 'ਤੇ ਏਕਾ ਪਾਉਣ ਲੱਗੇ, ਇਹਨੇ ਆਪਣੀ ਗਰਦਨ ਹਿਲਾ ਦਿੱਤੀ। ਏਕੇ ਦੀ ਜਗ੍ਹਾ ਸੱਤਾ ਪੈ ਗਿਆ। ਸਤਿਗੁਰੂ ਜੀ ਹੱਸ ਪਏ। ਕਹਿੰਦੇ, ਬੀਬੀ ਵੇਖ ਪਰਮਾਤਮਾ ਦੇ ਰੰਗ। ਦਾਤ ਤਾਂ ਤੂੰ ਇੱਕ ਪੁੱਤ ਦੀ ਲੈਣ ਆਈ ਸੀ, ਪਰ ਤੈਨੂੰ ਹੁਣ 7 ਪੁੱਤਰ ਪ੍ਰਾਪਤ ਹੋਣਗੇ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਬੀਬੀ ਇੰਨੀ ਖੁਸ਼ ਹੋਈ, ਕਦੀ ਸਤਿਗੁਰੂ ਜੀ ਦੇ ਚਰਨਾਂ ਨੂੰ ਚੁੰਮੇ, ਕਦੀ ਉਸ ਕਾਗਜ਼ ਨੂੰ ਫੜ ਕੇ ਛਾਤੀ ਨਾ ਲਾਵੇ, ਕਦੀ ਕਾਗਜ਼ ਨੂੰ ਫੜ ਕੇ ਮੱਥੇ ਨਾ ਲਾਵੇ, ਕਦੀ ਚੁੰਮੇ। ਬੜੀ ਖੁਸ਼ ਹੋਈ ਬੀਬੀ। ਸਤਿਗੁਰੂ ਜੀ ਦਾ ਇਹ ਬਚਨ ਜੋ ਸੀ ਨਾ, ਇਹ ਸੱਚ ਹੋ ਗਿਆ। ਸਤਿਗੁਰੂ ਜੀ ਨੇ ਇਹ ਵੀ ਬਚਨ ਕੀਤਾ ਸੀ ਕਿ ਬੀਬੀ ਗੁਰੂ ਦਰਬਾਰ ਵਿੱਚ ਨਿੱਤਾ ਪ੍ਰਤੀ ਸੇਵਾ ਵੀ ਕਰਨੀ ਹੈ, ਨਾਮ ਵੀ ਜਪਣਾ ਅਤੇ ਸਤਸੰਗਤ ਵਿੱਚ ਕੀਰਤਨ ਕਥਾ ਇਹ ਸਭ ਕੁਝ ਸੁਣਨਾ ਹੈ। ਨਾਮ ਜਪ ਕੇ, ਸੇਵਾ ਕਰਕੇ, ਸਿਮਰਨ ਕਰਕੇ ਪਰਮਾਤਮਾ ਤੋਂ ਦਾਤ ਛੇਤੀ ਪ੍ਰਾਪਤ ਹੁੰਦੀ ਹੈ। ਅਤੇ ਸਾਧ ਸੰਗਤ ਜੀ ਕਹਿੰਦੇ ਨੇ, ਸਤਿਗੁਰੂ ਜੀ ਦੇ ਬਚਨਾਂ ਦਾ ਸਦਕਾ ਇੱਕ ਸਾਲ ਦੀ ਵਿੱਥ 'ਤੇ ਇਹ ਬੀਬੀ ਦੇਸੋ ਦੇ ਘਰ, ਭਾਵ ਬੀਬੀ ਸੁਲੱਖਣੀ ਦੇ ਘਰ 7 ਪੁੱਤਰ ਹੋਏ। ਸੋ ਸਾਧ ਸੰਗਤ ਜੀ, ਜਿਹੜਾ ਮਨੁੱਖ ਆਪਣੇ ਗੁਰੂ ਦੇ ਚਰਨਾਂ ਦੇ ਵਿੱਚ ਭਾਵਨਾ ਕਰਕੇ ਜਾਂਦਾ ਹੈ ਨਾ, ਭਾਵੇਂ ਕੋਈ ਵੀ ਦਾਤ ਹੋਵੇ, ਸਤਿਗੁਰੂ ਜੀ ਟੁੱਟ ਜਾਣ ਤਾਂ ਉਹ ਝੋਲੀ ਵਿੱਚ ਦਾਤ ਪੈ ਜਾਂਦੀ ਹੈ। ਆਪਣੇ ਗੁਰੂ 'ਤੇ ਸਦਾ ਭਰੋਸਾ ਰੱਖਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।